ਗੁਰਮੀਤ ਰਾਮ ਰਹੀਮ ਇੰਸਾ ਹੋਰਾਂ ਨੂੰ ਪੈਰੋਲ ਦੇ ਉੱਪਰ 21 ਦਿਨ ਦੇ ਲਈ ਬਾਹਰ ਲਿਆਂਦਾ ਗਿਆ। ਪਰ ਜਿਸ ਮੌਕੇ ਦੇ ਉੱਪਰ ਬਾਹਰ ਲਿਆਂਦਾ ਗਿਆ ਜੀ, ਉਹਦੇ ਤੇ ਕਿੰਤੂ ਹੋ ਰਿਹਾ ਕਿ ਬੀਜੇਪੀ ਦੀ ਵੋਟਾਂ ਨੂੰ ਲੈ ਕੇ ਕੋਈ ਨਾ ਕੋਈ ਨੀਤੀ ਹੈ। ਪੰਜਾਬ ਦੇ ਇਲੈਕਸ਼ਨ 'ਚ ਹਰਿਆਣਾ ਦੇ ਇਲੈਕਸ਼ਨ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹ ਕਹਿੰਦੇ ਵੀ 1.5 ਮਹੀਨਾ ਪਹਿਲਾਂ ਤਾਂ SIT ਨੇ ਕਿਹਾ ਸੀ ਕਿ ਜਾਂਚ ਦੇ ਲਈ ਸਾਨੂੰ ਡੇਰਾ ਸਿਰਸਾ ਮੁਖੀ ਚਾਹੀਦਾ ਜੀ ਇੱਕ ਦਿਨ ਲਈ। ਉਦੋਂ ਤਾਂ ਕਿਹਾ ਗਿਆ ਕਿ ਪ੍ਰਸ਼ਾਸਨ ਵੱਲੋਂ ਵੀ ਉਹ ਬਾਹਰ ਨਹੀਂ ਆ ਸਕਦਾ, ਬਹੁਤ ਜ਼ਿਆਦਾ ਖਤਰਾ ਪੈਦਾ ਹੋ ਜਾਊਗਾ। ਤੇ 1.5 ਮਹੀਨੇ ਬਾਅਦ ਐਡਾ ਕਿਹੜਾ ਪ੍ਰਬੰਧ ਕਰ ਲਿਆ ਵੀ ਹੁਣ 21 ਦਿਨ ਬੰਦਾ ਬਾਹਰ ਰਹੂਗਾ, ਫਿਰ ਵੀ ਕਿਸ ਤਰ੍ਹਾਂ ਦਾ ਕੋਈ ਖਤਰਾ ਨਹੀਂ। ਪੂਰੇ ਹਿੰਦੁਸਤਾਨ ਦੇ ਵਿੱਚ ਤੁਸੀਂ ਜਿਹੜੀਆਂ ਸਟੇਟਾਂ ਸਾਰਿਆਂ ਦੇ ਵਿੱਚ ਸਰਕਾਰਾਂ ਹੈਗੀਆਂ, ਕੋਈ ਨਾ ਕੋਈ ਬੰਦਾ ਰਿਲੀਜ਼ ਹੋਏਗਾ। ਉਹ ਹੁਣ ਕਹੀਏ ਕਿ ਉਹਨੂੰ ਪੰਜਾਬ ਨਾਲ ਲਿੰਕ ਕਰੀਏ, ਮੇਰਾ ਗਲਤ ਹੈ। ਕਿਤੇ ਨਾ ਕਿਤੇ ਇਹ ਰੌਲਾ ਹੈ ਕਿ ਵੀ ਉਹ ਬੀਜੇਪੀ ਦੀ, ਕੈਪਟਨ ਸਾਹਿਬ ਦੀ, ਅਕਾਲੀ ਦਲ ਦੀ ਰਲੀ ਮਿਲੀ ਗੱਲਬਾਤ ਹੈ ਕਿ ਵੀ ਐਤਕੀ ਸਿੱਧੂ ਨੂੰ ਪਾਰ ਨਹੀਂ ਲੱਗਣ ਦੇਣਾ। ਨਵਜੋਤ ਸਿੰਘ ਸਿੱਧੂ ਹੁਣੀ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਲੰਬੀ ਦੇਰ ਤੱਕ ਨਹੀਂ ਰਹਿ ਸਕਦੇ। ਇਹ ਤਾਂ ਸਿਰਫ ਹੈਗਾ ਕਿ ਮਿਸਿਸ ਨਵਜੋਤ ਕੌਰ ਤੇ ਨਵਜੋਤ ਸਿੰਘ ਪਾਰਟੀ ਬਣਾਉਣੀ ਚਾਹੀਦੀ ਹੈ ਇਹਨਾਂ ਨੂੰ। ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿ ਅਕਾਲੀ ਦਲ ਵੱਲੋਂ ਬੀਜੇਪੀ ਦੇ ਲੀਡਰ ਪੁੱਟੇ ਗਏ, ਉਹ ਵੀ ਇੰਨੇ ਪੁਰਾਣੇ ਜਿਨ੍ਹਾਂ ਨੇ ਪਾਰਟੀ ਖੜੀ ਕੀਤੀ ਹੋਵੇ? ਪਾਰਟੀ ਚੱਲਦੀ ਰਹਿੰਦੀ ਹੈ, ਵਿਅਕਤੀ ਕਹਿੰਦਾ ਕਿ ਮੈਨ ਮੇ ਗੋ ਮੈਨ ਮੇ ਕਮ। ਮਾੜਾ ਜਿਹਾ ਤੁਸੀਂ ਕਲੀਅਰ ਕਰ ਦਿਓ ਵੀ ਕੈਪਟਨ ਸਾਹਿਬ ਤਾਂ ਤੁਹਾਡੇ ਵੱਲੋਂ ਮੁੱਖ ਮੰਤਰੀ ਚਿਹਰਾ ਨਹੀਂ ਨਾ ਹੈਗੇ। ਪੰਜਾਬ ਖਿੱਤੇ ਨੇ 4.5 ਸਾਲ ਇੱਕ ਮੁੱਖ ਮੰਤਰੀ ਨੂੰ ਵੇਖਿਆ ਹੋਵੇ ਜਿਨ੍ਹਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਾ ਹੋਣ। ਸੰਤੁਸ਼ਟ ਤਾਂ ਨਹੀਂ ਸੀਗੇ। ਇਹ ਦੋਸ਼ ਲਾਏ ਜਾ ਰਹੇ ਆ ਕਿ ਵੀ ਕਿਉਂਕਿ ਉਹ ਇੱਕ ਦਲਿਤ ਸੀਐਮ ਨੇ ਤੇ ਗਾਂਹ ਵੀ ਉਹਨਾਂ ਨੂੰ ਸੀਐਮ ਚਿਹਰਾ ਐਲਾਨਿਆ, ਇਸ ਕਰਕੇ ਈਡੀ ਦੀਆਂ ਰੇਡਾਂ ਦੇ ਨਾਲ ਉਸ ਬੰਦੇ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਕਰਵਾ ਰਹੀ ਹੈ ਬੀਜੇਪੀ। ਤੇ ਹੁਣ ਇਹ ਤਾਂ ਕਵਰ ਅਪ ਆਪਰੇਸ਼ਨ ਹੈ ਕਿ ਵੀ ਦਲਿਤ ਹੈਗੇ ਤਾਂ ਕਰਕੇ ਕੀਤਾ ਜਾ ਰਿਹਾ ਹੈ। ਹੁਣ 22-23 ਸਾਲ ਜਿਹੜੇ ਭਾਈਵਾਲ ਰਹੇ ਹੋਣ, ਜੇ ਕੱਲ੍ਹ ਨੂੰ ਕਿਤੇ ਲੋੜ ਪਈ ਦੁਬਾਰਾ ਜੁੜਨ ਦੀ, ਤੇ ਫਿਰ ਉਦੋਂ ਤੁਹਾਨੂੰ ਲੱਗਦਾ ਵੀ ਦੁਬਾਰਾ ਨਹੀਂ ਜੁੜਿਆ ਜਾਊਗਾ? ਦੇਖੋ ਇਸ ਤਰ੍ਹਾਂ ਹੈਗਾ, ਜੋ ਹਾਲਾਤ ਹੈਗੇ ਹੈ ਕਿ ਵੀ ਜੇ ਕੋਈ ਪੰਜਾਬ ਦੀ, ਦੇਸ਼ ਦੀ ਏਕਤਾ, ਅਖੰਡਤਾ, ਅਮਨ ਭਾਈਚਾਰੇ ਤੇ ਪਹਿਰਾ ਦੇ ਸਕਦਾ ਹੈ ਤਾਂ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਹੈ। ਸਵਾਗਤ ਜੀ ਤੁਹਾਡਾ ਸਾਰਿਆਂ ਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਅੱਜ ਆਪਾਂ ਫਿਰ ਇੱਕ ਹੋਰ ਪੋਲੀਟੀਸ਼ੀਅਨ ਦੇ ਨਾਲ ਗੱਲਬਾਤ ਕਰਾਂਗੇ। ਮੇਰੇ ਨਾਲ ਨੇ ਮਨੋਰੰਜਨ ਕਾਲੀਆ ਜੀ, ਜਿਹੜੇ ਕਿ ਬੀਜੇਪੀ ਦੇ ਸੀਨੀਅਰ ਲੀਡਰ ਨੇ, ਐਕਸ ਮਿਨਿਸਟਰ ਨੇ ਪੰਜਾਬ ਦੇ, ਤੇ ਇਸ ਵਕਤ ਜਲੰਧਰ ਸੈਂਟਰਲ ਹਲਕੇ ਤੋਂ ਕੈਂਡੀਡੇਟ ਨੇ। ਕਾਲੇ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ ਤੇ। ਕਾਲੇ ਸਾਹਿਬ, ਗੱਲ ਇਹ ਆ ਕਿ ਇਸ ਵਕਤ ਬੀਜੇਪੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਰਹੀ ਹੈ ਤੇ ਕਿਹਾ ਇਹ ਜਾ ਰਿਹਾ ਤੁਹਾਡੀ ਲੀਡਰਸ਼ਿਪ ਵੱਲੋਂ ਕਿ ਵੀ ਪਹਿਲੀ ਵਾਰ ਅਸੀਂ ਵੱਡੇ ਭਰਾ ਦੇ ਤੌਰ ਤੇ ਗੱਠਜੋੜ ਦੇ ਵਿੱਚ ਇੰਨੀਆਂ ਜ਼ਿਆਦਾ ਸੀਟਾਂ ਲੜ ਰਹੇ ਹਾਂ। ਤੇ ਹੁਣ ਤੱਕ ਜਿੰਨੀਆਂ ਵੀ ਮੈਂ ਗੱਲਾਂ ਬਾਤਾਂ ਸੁਣੀਆਂ ਉਹਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਪਹਿਲਾਂ ਤਾਂ ਅਸੀਂ ਬਹੁਤ ਛੋਟੇ ਪਾਰਟਨਰ ਸੀਗੇ, ਇਸ ਕਰਕੇ ਪਹਿਲਾਂ ਜੋ ਕੁਝ ਵੀ ਹੋਇਆ ਉਹਦੇ ਲਈ ਅਸੀਂ ਜ਼ਿੰਮੇਵਾਰ ਨਹੀਂ ਹਾਂ। ਇਸ ਵਾਰ ਦੀ ਤਿਆਰੀ ਤੇ ਇਸ ਵਾਰ ਦੀਆਂ ਚੋਣਾਂ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਭਾਰਤੀ ਜਨਤਾ ਪਾਰਟੀ ਜਦੋਂ ਪੰਜਾਬ ਦੇ ਰੀਆਰਗਨਾਈਜੇਸ਼ਨ ਹੋਈ ਹੈ, ਪੰਜਾਬੀ ਸੂਬਾ ਬਣਿਆ, ਤੇ ਹਮੇਸ਼ਾ ਅਸੀਂ ਸੱਤਾ ਦੇ ਵਿੱਚ ਅਲਾਇੰਸ 'ਚ ਆਏ ਹੈਗੇ ਜੀ। ਔਰ ਇਹ ਪਹਿਲੀ ਵਾਰੀ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਸਨੇ ਨਿਰਣੇ ਕੀਤਾ ਕਿ ਵੀ ਅਸੀਂ 117 ਸੀਟਾਂ ਲੜਾਂਗੇ। ਫਿਰ ਇਹ ਹੈਗਾ ਕਿ ਸਾਡੀ ਕੇਂਦਰੀ ਹਾਈ ਕਮਾਂਡ ਨੇ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਹੈਗਾ ਕੈਪਟਨ ਸਾਹਿਬ ਦੀ ਪਾਰਟੀ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪਾਰਟੀ ਔਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੀ ਪਾਰਟੀ ਜਿਹੜੀ ਹੈਗੀ ਹੈ ਉਹਦੇ ਨਾਲ ਜਿਹੜਾ ਅਲਾਇੰਸ ਕੀਤਾ ਜਾਏਗਾ। ਔਰ ਉਹਦੇ ਵਿੱਚ ਅਸੀਂ ਇੱਕ ਬਿਗ ਪਾਰਟਨਰ ਦੇ ਤੌਰ ਦੇ ਉੱਤੇ ਜਿਹੜਾ ਹੈਗਾ ਸਾਡੀ ਜ਼ਿੰਮੇਵਾਰੀ ਹੈਗੀ ਹੈ। ਸੋ ਜਦ ਤੱਕ ਬਿਲਕੁਲ ਠੀਕ ਹੈ ਕਿ ਵੀ ਸ਼੍ਰੋਮਣੀ ਅਕਾਲੀ ਦਲ ਲੜੇ ਤੇ ਅਸੀਂ ਇੱਕ ਛੋਟੇ ਭਰਾ ਦੇ ਤੌਰ ਤੇ ਲੜਦੇ ਰਹੇ ਹਾਂ, ਲੇਕਿਨ ਇਹ ਕਿ ਵੀ ਅੱਜ ਜ਼ਰੂਰਤ ਵੀ ਹੈਗੀ ਹੈ। ਅੱਜ ਜੋ ਹਾਲਾਤ ਹੈਗੇ ਹੈ ਕਿ ਵੀ ਜੇ ਕੋਈ ਪੰਜਾਬ ਦੀ, ਦੇਸ਼ ਦੀ ਏਕਤਾ, ਅਖੰਡਤਾ, ਅਮਨ ਭਾਈਚਾਰੇ ਤੇ ਪਹਿਰਾ ਦੇ ਸਕਦਾ ਹੈ ਤਾਂ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਹੈ। ਸੋ ਉਸ ਨਾਤੇ ਜਿਹੜਾ ਹੈਗਾ ਕਿ ਅੱਜ ਜਿਹੜਾ ਹੈਗਾ ਕਿ ਲੋਕੀ ਭਾਰਤੀ ਜਨਤਾ ਪਾਰਟੀ ਨੂੰ ਇੱਕ ਵਿਕਲਪ ਦੇ ਤੌਰ ਤੇ ਦੇਖ ਰਹੇ ਹੈ ਕਿ ਵੀ ਕਾਂਗਰਸ ਦਾ ਵਿਕਲਪ, ਕਿਉਂਕਿ ਉਹਨਾਂ ਨੇ ਦੇਖੋ ਕਿ ਕੋਈ ਵੀ ਵਾਅਦਾ ਜਿਹੜਾ ਹੈਗਾ, ਜਿੰਨੇ ਵਾਅਦੇ ਕੀਤੇ 2017 'ਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਸੋ ਅਕਾਲੀ ਦਲ ਤੇ ਵੀ ਜਿਹੜਾ ਨਾ ਜੀ ਉਹ ਉਹਨਾਂ ਦਾ ਦਾਮਨ ਦਾਗਦਾਰ ਹੈ ਕਿ ਇੱਕ ਤਾਂ ਬੇਅਦਬੀ ਦਾ ਮਾਮਲਾ ਜਿਹੜਾ ਹੈਗਾ ਕਿ ਦਾਗ ਸਾਫ਼ ਨਜ਼ਰ ਆਉਂਦੇ ਉਹਨਾਂ ਦਾ ਜਿਹੜੇ ਹੈਗੇ ਦਾਮਨ ਦੇ ਉੱਤੇ, ਔਰ ਆਪਣਾ ਜਿਹੜਾ ਹੈਗਾ ਨਸ਼ੇ ਦਾ ਜਿਹੜਾ ਹੈ ਉਹ ਵੀ ਜਿਹੜੇ ਹੈਗੇ ਦਾਗ ਧੁਲੇ ਨਹੀਂ ਹੈ ਤੇ ਹਾਲੇ ਤਾਂ ਜ਼ਮਾਨਤਾਂ ਕਰਾਉਂਦੇ ਪਏ ਹੈ। ਤਾਂ ਉਸ ਨਾਤੇ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਹੀ ਨਜ਼ਰ ਆਉਂਦੀ ਹੈ ਕਿ ਜਿਹੜੀ ਆਪਣਾ ਕਿ ਵੀ ਆਸ ਉਮੀਦ ਰੱਖ ਸਕਦੇ ਹਾਂ, ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਤੁਸੀਂ ਦੇਖੋ ਕਿ ਵੀ
ਆਪਣਾ ਜਿਹੜਾ ਉਮੀਦਵਾਰ ਮੁੱਖ ਮੰਤਰੀ ਦਾ ਜਿਹੜਾ ਹੈਗਾ ਉਹ ਚੁਣਿਆ ਹੈਗਾ, ਲੋਕ ਉਸ ਨੂੰ ਨਹੀਂ ਚਾਹੁੰਦੇ ਕਿ ਵੀ ਉਹ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਬਣੇ, ਕਿਉਂਕਿ ਉਹ ਹਮੇਸ਼ਾ ਹੀ ਉਹ ਸਰੂਰ 'ਚ ਰਹਿੰਦੇ ਆ, ਸਵੇਰੇ ਹੀ ਆਪਣਾ ਹਿਸਾਬ ਕਿਤਾਬ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਵੀ ਇੱਕ ਵੀਡੀਓ ਵੀ ਜਾਰੀ ਹੋਈ ਹੈ ਜਿਹਦੇ 'ਚ ਡਾਕਟਰ ਆਪਣੇ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਦੇ ਉੱਤੇ ਆਪਣੇ ਗਲ 'ਚੋਂ ਹਾਰ ਲਾ ਕੇ ਉਹਨਾਂ ਦੇ ਪਾਤੇ ਆ। ਤੋ ਉਸ ਨਾਤੇ ਜਿਹੜਾ ਹੈਗਾ ਲੋਕ ਸੀਰੀਅਸ ਜਿਹੜੀ ਹੈਗੀ ਪਾਰਟੀ ਚਾਹੁੰਦੇ ਆ ਕਿ ਜਿਹਦੀ ਇੱਕ ਆਈਡੀਓਲੋਜੀ ਹੋਵੇ, ਉਹ ਸਿਰਫ ਭਾਰਤੀ ਜਨਤਾ ਪਾਰਟੀ। ਕਾਲੇ ਸਾਹਿਬ, ਤੁਸੀਂ ਅਕਾਲੀ ਦਲ ਦਾ ਵੀ ਜ਼ਿਕਰ ਕੀਤਾ ਵੀ ਉਹਨਾਂ ਦੇ ਉੱਪਰ ਵੀ ਬਹੁਤ ਕੁਝ ਹੈਗੇ ਨੇ ਦੋਸ਼, ਪਰ ਇੱਕ ਵਿੱਚ ਚਰਚਾ ਇਹ ਵੀ ਚੱਲਦੀ ਹੈ ਵੀ ਬੀਜੇਪੀ ਪੋਸਟ ਅਲਾਇੰਸ ਵੀ ਕਰ ਲੈਂਦੀ ਹੁੰਦੀ ਆ। ਜੇ ਆਪਾਂ ਦੇਸ਼ ਦੀ ਰਾਜਨੀਤੀ ਦੇ ਹਿਸਾਬ ਨਾਲ ਦੇਖੀਏ ਤੇ ਜਿੱਥੇ ਕਿਤੇ ਸੀਟਾਂ ਦੀ ਵਾਧ ਘਾਟ ਦੀ ਲੋੜ ਹੋਵੇ, ਉੱਥੇ ਆਫਟਰ ਇਲੈਕਸ਼ਨ ਵੀ ਗੱਲਬਾਤ ਬਣ ਜਾਂਦੀ ਹੈ। ਤੇ ਹੁਣ 22-23 ਸਾਲ ਜਿਹੜੇ ਭਾਈਵਾਲ ਰਹੇ ਹੋਣ, ਜੇ ਕੱਲ੍ਹ ਨੂੰ ਕਿਤੇ ਲੋੜ ਪਈ ਦੁਬਾਰਾ ਜੁੜਨ ਦੀ, ਤੇ ਫਿਰ ਉਦੋਂ ਤੁਹਾਨੂੰ ਲੱਗਦਾ ਵੀ ਦੁਬਾਰਾ ਨਹੀਂ ਜੁੜਿਆ ਜਾਊਗਾ? ਦੇਖੋ, ਇਸ ਤਰ੍ਹਾਂ ਹੈਗਾ ਕਿ ਵੀ ਆਪਣਾ ਜੋ ਅੱਜ ਦੇ ਹਾਲਾਤ ਹੈ, ਅੱਜ ਦੇ ਹਾਲਾਤ ਦੇ ਵਿੱਚ ਜਿਹੜਾ ਹੈਗਾ ਮਲਟੀ ਕਾਰਨਰ ਕੰਟੈਸਟ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਿ ਵੀ ਇਸਨੇ ਕ੍ਰੀਪ ਇਨ ਕੀਤਾ ਹੈਗਾ ਕਿ ਹੁਣ ਮਲਟੀ ਕਾਰਨਰ ਕੰਟੈਸਟ ਹੋਏਗਾ ਇਲੈਕਸ਼ਨ ਦੇ ਵਿੱਚ, ਕਿਉਂਕਿ ਇਹ ਕੰਮ ਯੂਪੀ 'ਚ ਹੁੰਦਾ ਸੀਗਾ ਕਿ ਵੀ ਉੱਥੇ ਜਿਹੜੀਆਂ ਹੈਗੀਆਂ ਕਿ ਵੀ 5-6 ਪਾਰਟੀਆਂ ਹੁੰਦੀਆਂ ਸੀਗੀਆਂ, ਤੇ ਇਸ ਤੋਂ ਪਹਿਲਾਂ ਜਿਹੜਾ ਹੈਗਾ ਇੱਥੇ ਪੰਜਾਬ ਦੇ ਵਿੱਚ ਆਪਣਾ ਡਾਇਰੈਕਟ ਕੰਟੈਸਟ ਹੁੰਦਾ ਸੀ, ਕਾਂਗਰਸ ਵਰਸਸ ਅਕਾਲੀ ਬੀਜੇਪੀ, ਠੀਕ ਹੈ ਨਾ ਜੀ। ਸੋ ਉਸ ਨਾਤੇ ਜਿਹੜਾ ਹੈਗਾ ਕਿ ਵੀ ਅੱਜ ਜੋ ਜਨਾਦੇਸ਼ ਆਏਗਾ, ਕਿਉਂਕਿ ਇਹਦੇ ਪਾਸਟ ਹਿਸਟਰੀ ਹੈ ਨਹੀਂ, ਜੋ ਜਨਾਦੇਸ਼ ਆਏਗਾ ਉਹਦੇ ਮੁਤਾਬਿਕ ਜਿਹੜਾ ਹੈਗਾ ਅਗਲੀ ਸਟ੍ਰੈਟਜੀ ਤੈਅ ਕੀਤੀ ਜਾਂਦੀ ਹੈ। ਲੇਕਿਨ ਫਿਲਹਾਲ ਜਿਹੜਾ ਹੈਗਾ ਕਿ ਵੀ ਅਸੀਂ ਕਹੀਏ ਕਿ ਵੀ ਇਕੱਠੇ ਹੋਣਾ ਇੱਕ ਹਾਈਪੋਥੈਟੀਕਲ ਕੁਐਸਚਨ ਹੈ। ਚਲੋ, ਅੱਛਾ, ਤੁਹਾਡੀ ਪਾਰਟੀ ਦੇ ਬੜੇ ਸੀਨੀਅਰ ਲੀਡਰ ਪਿਛਲੇ ਦਿਨੀ ਮਦਨ ਮੋਹਨ ਮਿੱਤਲ ਸਾਹਿਬ ਵੀ ਅਕਾਲੀ ਦਲ 'ਚ ਚਲ ਗਏ, ਇਸ ਤੋਂ ਪਹਿਲਾਂ ਅਨਿਲ ਜੋਸ਼ੀ ਸਾਹਿਬ ਵੀ ਚਲ ਗਏ ਸੀ। ਇੰਨੀ ਪੁਰਾਣੀ ਸਾਂਝ ਦੇ ਬਾਵਜੂਦ ਜਦੋਂ ਟਿਕਟ ਨਹੀਂ ਮਿਲੀ, ਜਾਂ ਕਹਿ ਲਓ ਜਦੋਂ ਜਾਪਿਆ ਵੀ ਪਾਰਟੀ 'ਚ ਨਹੀਂ ਥਾਂ ਹੈ, ਤੇ ਉਹ ਭਾਈਵਾਲਾਂ ਦੇ ਵਿੱਚ ਚਲੇ ਗਏ। ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿ ਅਕਾਲੀ ਦਲ ਵੱਲੋਂ ਬੀਜੇਪੀ ਦੇ ਲੀਡਰ ਪੁੱਟੇ ਗਏ, ਉਹ ਵੀ ਇੰਨੇ ਪੁਰਾਣੇ ਜਿਨ੍ਹਾਂ ਨੇ ਪਾਰਟੀ ਖੜੀ ਕੀਤੀ ਹੋਵੇ? ਦੇਖੋ, ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਵਿਚਾਰ ਨੂੰ ਲੈ ਕੇ ਲੋਕ ਜੁੜੇ ਆ, ਵਿਚਾਰਧਾਰਾ ਹੈ ਪਾਰਟੀ ਦੀ। ਸੋ ਉਸ ਨਾਤੇ ਜਿਹੜਾ ਹੈਗਾ ਕਿ ਘੱਟ ਹੁੰਦਾ ਕਿ ਵੀ ਭਾਰਤੀ ਜਨਤਾ ਪਾਰਟੀ 'ਚੋਂ ਲੋਕ ਜਾਣ, ਲੇਕਿਨ ਕਈ ਵਾਰੀ ਜਿਹੜਾ ਹੈਗਾ ਕਿ ਵੀ ਆਪਣੇ ਪਰਸਨਲ ਜਿਹੜਾ ਹੈਗਾ ਬੈਨੀਫਿਟਸ ਲਈ ਤੋਂ ਦੇਖਦਾ ਹੈ ਕਿ ਵੀ ਪਾਰਟੀ ਦਾ ਹਿੱਤ ਨਹੀਂ ਹੈ, ਦੇਸ਼ ਦਾ ਹਿੱਤ ਨਹੀਂ ਹੈ, ਆਪਣਾ ਹਿੱਤ ਸਰਵੋਪਰੀ ਹੈ, ਤਾਂ ਉਸ ਨਾਤੇ ਲੈ ਕੇ ਕਈ ਵਾਰੀ ਇੱਕ ਦੋ ਲੋਕ ਚਲੇ ਜਾਂਦੇ ਆ। ਸੋ ਉਸ ਤਰ੍ਹਾਂ ਆਪਣੇ ਅਨਿਲ ਜੋਸ਼ੀ ਜੀ ਪਹਿਲਾਂ ਗਏ ਕਿਉਂਕਿ ਉਹਨਾਂ ਦੇ, ਤੇ ਹੁਣ ਜਿਹੜਾ ਹੈਗਾ ਮਦਨ ਮੋਹਨ ਮਿੱਤਲ ਜੀ, ਕਿਉਂਕਿ ਉਹਨਾਂ ਦੇ ਸਪੁੱਤਰ ਨੂੰ ਟਿਕਟ ਨਹੀਂ ਦਿੱਤੀ, ਤਾਂ ਹਾਲੇ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਿਹੜਾ ਹੈਗਾ ਉਹਨਾਂ ਨੂੰ ਟਿਕਟ ਜਿਹੜੀ ਹੈਗੀ ਹੈ ਨਹੀਂ ਦਿੱਤੀ ਹੈਗੀ ਹੈ, ਨਾ ਹੀ ਤਾਂ ਸ਼੍ਰੀ ਮਦਨ ਮੋਹਨ ਮਿੱਤਲ ਜੀ ਨੂੰ ਦਿੱਤੀ ਹੈ, ਨਾ ਹੀ ਅਰਵਿੰਦ ਮਿੱਤਲ ਉਹਨਾਂ ਨੂੰ ਦਿੱਤੀ ਹੈਗੀ ਹੈ। ਤੋ ਹੈ ਤਾਂ ਦੁਖਦਾਈ ਕਿ ਵੀ ਇੰਨੀ ਦੇਰ ਪਾਰਟੀ 'ਚ ਲਗਾਉਣ ਤੋਂ ਬਾਅਦ ਚਲੇ ਜਾਣਾ ਜਿਹੜਾ ਹੈਗਾ ਕਸ਼ਟ ਹੈ, ਲੇਕਿਨ ਹੈ ਕਿ ਵੀ ਪਾਰਟੀ ਚੱਲਦੀ ਰਹਿੰਦੀ ਹੈ। ਵਿਅਕਤੀ ਕਹਿੰਦਾ ਕਿ ਮੈਨ ਮੇ ਗੋ, ਮੈਨ ਮੇ ਕਮ, ਆਈ ਗੋ ਫॉर एवर, ਟਾਈਮ ਗੋਜ਼ फॉर एवर, ਜਿਸ ਤਰ੍ਹਾਂ ਪਾਰਟੀ ਗੋਜ਼ फॉर एवर, ਪਾਰਟੀ ਨਿਰੰਤਰ ਚੱਲਦੀ ਰਹਿੰਦੀ ਹੈ। ਜੀ ਕਾਲੀਆ ਸਾਹਿਬ, ਤੁਸੀਂ ਕੈਪਟਨ ਸਾਹਿਬ ਨੂੰ ਆਪਣੇ ਨਾਲ ਜੋੜਿਆ, ਹਾਲਾਂਕਿ ਚਲੋ ਪਾਰਟੀ ਉਹਨਾਂ ਦੀ ਵੱਖਰੀ ਆ, ਪਰ ਉਹਨਾਂ ਦੇ ਵੀ ਬਹੁਤ ਸਾਰੇ ਕੈਂਡੀਡੇਟ ਜਿਹੜੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਮਲ ਦੇ ਨਿਸ਼ਾਨ ਤੇ ਚੋਣ ਲੜਦੇ ਹਾਂ, ਲੜ ਵੀ ਰਹੇ ਨੇ। ਜੇ ਮੈਂ ਗਲਤ ਨਾ ਕਹਿ ਰਿਹਾ ਹੋਵਾਂ ਤੇ ਹੁਣ ਬੀਜੇਪੀ ਉਹਨਾਂ ਕੈਂਡੀਡੇਟਸ ਨੂੰ ਵੀ ਆਪਣੇ ਖਾਤੇ 'ਚ ਹੀ ਗਿਣਦੀ ਹੈ, ਇਸ ਕਰਕੇ 70 ਤੋਂ ਵੱਧ ਸੀਟਾਂ ਤੇ ਕਲੇਮ ਕੀਤਾ ਜਾਂਦਾ ਹੈ ਕਿ ਬੀਜੇਪੀ ਲੜ ਰਹੀ ਹੈ। ਪਰ ਕਾਰਨ ਇਹ ਆ ਕਿ ਜੇ ਕੈਪਟਨ ਸਾਹਿਬ ਨੂੰ ਹੁਣ ਨਾਲ ਜੋੜ ਲਿਆ ਤੇ ਪਿਛਲੇ 4.5 ਸਾਲ ਦੀ ਉਹਨਾਂ ਦੀ ਜਿਹੜੀ ਮੁੱਖ ਮੰਤਰੀ ਲੀਡਰਸ਼ਿਪ ਸੀਗੀ, ਮੁੱਖ ਮੰਤਰੀ ਦੇ ਤੌਰ ਤੇ ਕਾਰਗੁਜ਼ਾਰੀ ਸੀ ਪੰਜਾਬ ਦੇ ਵਿੱਚ, ਉਹ ਵੀ ਤੇ ਫਿਰ ਬੀਜੇਪੀ ਨੂੰ ਨਾਲ ਜੋੜਨੀ ਰੱਖ ਪੈਣੀ ਹੈ ਕਿ ਉਹਦੇ ਤੋਂ ਤੁਸੀਂ ਪੱਲਾ ਝਾੜ ਦਿਓ। ਇਸ ਤਰ੍ਹਾਂ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਹਮੇਸ਼ਾ ਇੱਕ ਨੈਸ਼ਨਲਿਸਟਿਕ ਸਟੈਂਡ ਰਿਹਾ, ਈਵਨ ਕਾਂਗਰਸ ਦੇ ਵਿੱਚ ਵੀ ਸੀਗਾ, ਤੇ ਉਹ ਕਾਂਗਰਸ ਦੀਆਂ ਨੀਤੀਆਂ ਦੇ ਖਿਲਾਫ ਹੀ ਬੋਲਦੇ ਰਹੇ ਆ। ਜਦੋਂ ਕਿਤੇ ਰਾਸ਼ਟਰ ਹਿੱਤ ਦੀ ਗੱਲ ਆਈ ਤੇ ਰਾਸ਼ਟਰ ਹਿੱਤ ਸਰਵੋਪਰੀ ਹੈ। ਸੋ ਉਸ ਨਾਤੇ ਜਿਹੜਾ ਹੈਗਾ ਉਹਨਾਂ ਨੇ ਰਾਸ਼ਟਰ ਹਿੱਤ ਨੂੰ ਉੱਪਰ ਰੱਖਿਆ, ਤੇ ਭਾਰਤੀ ਜਨਤਾ ਪਾਰਟੀ ਲਈ ਇਹ ਚੀਜ਼ ਜਿਹੜੀ ਹੈਗੀ ਹੈ ਕਿ ਜਿਹੜਾ ਕੋਈ ਇਸ ਤਰ੍ਹਾਂ ਦਾ ਸੋਚ ਵਾਲਾ ਵਿਅਕਤੀ ਆਂਦਾ ਤਾਂ ਉਹਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਸੋ ਉਸ ਨਾਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਜਿਹੜਾ ਹੈਗਾ ਕਿ ਵੀ ਅਲਾਇੰਸ ਪਾਰਟਨਰ ਦੇ ਤੌਰ ਤੇ ਉੱਤੇ ਜਿਹੜਾ ਹੈਗਾ ਕਿ ਵੀ ਅਸੀਂ ਰੱਖਿਆ ਹੈਗਾ ਔਰ ਸੀਟ ਸ਼ੇਅਰਿੰਗ ਕੀਤੀ ਹੈਗੀ ਹੈ। ਤਾਂ ਵਿੱਚੋਂ ਜਿਹੜੇ ਹੈਗੇ ਉਹਨਾਂ ਦੇ ਲੋਕ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਿੰਬਲ ਦੇ ਉੱਤੇ ਇਲੈਕਸ਼ਨ ਲੜ ਰਹੇ ਆ, ਤਾਂ ਉਹ ਇੱਕ ਤਰ੍ਹਾਂ ਦਾ ਪਾਰਟੀ ਦੇ ਹੀ MLA ਕਾਊਂਟ ਕਰਨਗੇ ਜੋ ਜਿੱਤਦੇ ਹੈਗੇ ਆ। ਤੇ ਬਾਕੀ ਹੈਗਾ ਕਿ ਵੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਅਲਾਓ ਕੀਤਾ ਕਿ ਉਹਨਾਂ ਦੇ ਪਾਰਟੀ ਦੇ ਜਿਹੜੇ ਆਪਣੇ ਕੈਂਡੀਡੇਟਸ ਹੈਗੇ ਆ ਉਹਨਾਂ ਨੂੰ ਬੀਜੇਪੀ ਦਾ ਸਿੰਬਲ ਦਿੱਤਾ ਜਾਵੇ। ਸੋ ਬੀਜੇਪੀ ਦੇ ਸਿੰਬਲ ਤੇ ਲੜ ਰਹੇ ਆ। ਨਹੀਂ, ਗੱਲ ਸਾਹਿਬ, ਨੈਸ਼ਨਲਿਸਟ ਲੀਡਰ ਨੇ ਕੈਪਟਨ ਸਾਹਿਬ, ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਤਾਂ ਕਾਰਗੁਜ਼ਾਰੀ ਦੀ ਗੱਲ ਕਰਦਾ ਸੀ, ਕਿਉਂਕਿ ਨੇਸ਼ਨ ਦੇ ਵਿੱਚ ਪੰਜਾਬ ਵੀ ਇੱਕ ਸਟੇਟ ਆ, ਤੇ ਪੰਜਾਬ ਖਿੱਤੇ ਨੇ 4.5 ਸਾਲ ਇੱਕ ਮੁੱਖ ਮੰਤਰੀ ਨੂੰ ਵੇਖਿਆ ਹੋਵੇ ਜਿਨ੍ਹਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਾ ਹੋਣ। ਉਸ ਕਾਰਗੁਜ਼ਾਰੀ ਦੇ ਬਾਰੇ 'ਚ ਕੀ ਕਹਿਣਾ ਚਾਹੋ? ਦੇਖੋ, ਇਸ ਤਰ੍ਹਾਂ ਕਿ ਵੀ ਸੰਤੁਸ਼ਟ ਤਾਂ ਨਹੀਂ ਸੀਗੇ
ਇਸ ਗੱਲ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈਗੀ ਕਿ ਵੀ ਜਿਹੜੀ ਕਾਰਗੁਜ਼ਾਰੀ ਜਿਹੜੀ ਹੈਗੀ ਹੈ ਜੇ ਅਸੀਂ ਪੰਜਾਬ ਦਾ ਹਿੱਤ ਦੇਖੀਏ ਤੇ ਬਹੁਤੀ ਵਧੀਆ ਨਹੀਂ ਰਹੀ। ਲੇਕਿਨ ਇਹ ਕਿ ਕਿਉਂਕਿ ਹੁਣ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਉਹ ਮੇਜਰ ਪਾਰਟੀ ਹੈ, ਮੁੱਖ ਮੰਤਰੀ ਬਣੇਗਾ ਤਾਂ ਭਾਰਤੀ ਜਨਤਾ ਪਾਰਟੀ ਦਾ ਬਣੇਗਾ, ਤਾਂ ਉਸ ਨਾਤੇ ਜਿਹੜਾ ਹੈਗਾ ਚੈੱਕ ਐਂਡ ਬੈਲੈਂਸ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਕਰੇਗੀ ਪੂਰੀ ਤਰ੍ਹਾਂ ਅਗਾ ਜਿਹੜੀ ਵੀ ਕੋਈ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜਿਹੜੀ ਕਰਦੀ ਹੈ। ਚਲੋ ਮਾੜਾ ਜਿਹਾ ਤੁਸੀਂ ਕਲੀਅਰ ਕਰ ਦਿਓ ਵੀ ਕੈਪਟਨ ਸਾਹਿਬ ਤਾਂ ਤੁਹਾਡੇ ਵੱਲੋਂ ਮੁੱਖ ਮੰਤਰੀ ਚਿਹਰਾ ਨਹੀਂ ਨਾ ਹੈਗੇ। देखो इस तरह के लाइकली है क्योंकि जिद तक सवाल है मेजर पार्टनर था भारतीय जनता पार्टी का, और भारतीय जनता पार्टी का एक मैं कਹਾਂ कार्यकर्ता ਜਿਹੜਾ ਪੰਜਾਬ ਦਾ ਹੈਗਾ ਉਹਨੇ ਬਹੁਤ ਦੇਰ ਤੋਂ ਸੁਪਨਾ ਵੇਖ ਰਿਹਾ ਸੀਗਾ ਕਦੀ ਭਾਰਤੀ ਜਨਤਾ ਪਾਰਟੀ ਸਰਕਾਰ ਹੋਏਗੀ, ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਹੋਏਗਾ। ਸੋ ਉਸ ਨਾਤੇ ਤੁਸੀਂ ਇਹ ਦੇਖੋ ਕਿ ਵੀ ਹਰਿਆਣਾ ਨੇ ਜਿਹੜਾ ਹੈਗਾ ਕਿ ਵੀ 2004 ਚ ਫੈਸਲਾ ਕੀਤਾ ਕਿ ਅਸੀਂ ਕੋਈ ਅਲਾਈਅੰਸ ਨਹੀਂ ਕਰਾਂਗੇ ਤੇ ਅਸੀਂ ਜਿਹੜਾ ਹੈਗਾ ਇਕੱਲੇ ਚੁਣਾਵ ਲੜਾਂਗੇ। तो 10 साल बाद पावर च आ गए, तो उस नाते ਜਿਹੜਾ ਹੈਗਾ ਅਸੀਂ ਇਹ ਜਿਹੜਾ ਅਲਾਈਅੰਸ ਵੀ ਕੀਤਾ ਹੈਗਾ, लेकिन है कि भी असी एक कदम बढ़ा रहे हैं कि भी असी भारतीय जनता पार्टी के मुख्यमंत्री बने। बाकी है कि साढ़े हाई कमांड की फैसला कर दिया वो आने वाले समय के देखेंगे। चलो संभावना आप मान लेने पे जे हैगी आ। दूजी गल ये आ चन्नी साहब ਨੂੰ ਦੁਬਾਰਾ सीएम फेस ਜਿਹੜਾ ਐਲਾਨਿਆ ਜੀ ਕਾਂਗਰਸ ਪਾਰਟੀ ਨੇ, ਤੇ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਹੋਇਆ ਜਿਹੜਾ ਉਹਨਾਂ ਦਾ ਇੱਕ ਰਿਸ਼ਤੇਦਾਰ ਭਾਣਜਾ ਭੁਪਿੰਦਰ ਹਨੀ ਉਹਦੇ ਤੇ ਈਡੀ ਦੀ ਰੇਡ ਹੁੰਦੀ ਆ, ਜੋ ਕੁਝ ਸਾਹਮਣੇ ਆ ਉਹ ਸਾਰਿਆਂ ਦੇ ਸਾਹਮਣੇ ਆ। ਹੁਣ ਇਹ ਦੋਸ਼ ਲਾਏ ਜਾ ਰਹੇ ਆ ਕਿ ਵੀ ਕਿਉਂਕਿ ਉਹ ਇੱਕ ਦਲਿਤ ਸੀਐਮ ਨੇ ਤੇ ਗਾਂਹ ਵੀ ਉਹਨਾਂ ਨੂੰ ਸੀਐਮ ਚਿਹਰਾ ਐਲਾਨਿਆ, ਇਸ ਕਰਕੇ ਈਡੀ ਦੀਆਂ ਰੇਡਾਂ ਦੇ ਨਾਲ ਉਸ ਬੰਦੇ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਕਰਵਾ ਰਹੀ ਹੈ ਬੀਜੇਪੀ, ਕਿਉਂਕਿ ਕੇਂਦਰ 'ਚ ਬੀਜੇਪੀ ਦੀ ਸਰਕਾਰ ਆ। ਇਹਦੇ ਤੇ ਕੋਈ ਸਫਾਈ ਜੀ? ਦੇਖੋ ਇਸ ਤਰ੍ਹਾਂ ਹੈ ਕਿ ਜੇ ਈਡੀ ਨੇ ਰੇਡ ਮਾਰਿਆ ਐਨਫੋਰਸਮੈਂਟ ਡਿਪਾਰਟਮੈਂਟ ਨੇ, ਉਹ ਇੱਕ ਆਪਣੀ ਕਾਰਵਾਈ ਹੈਗੀ ਹੈ, ਉਹਨਾਂ ਨੂੰ ਇਨਫੋਰਮੇਸ਼ਨ ਹੋਣੀ ਹੈ, ਟਿਪ ਆਫ ਹੋਇਆ, ਫਿਰ ਇਹ ਹੈਗਾ ਕਿ ਉਹਨਾਂ ਦੇ ਭਾਂਜੇ ਕੋਲੋਂ 10 ਕਰੋੜ ਰੁਪਈਆ ਮਿਲਿਆ, 21 ਲੱਖ ਦੀਆਂ ਘੜੀਆਂ ਮਿਲੀਆਂ ਹੈਗੀਆਂ। ਤੇ ਹੁਣ ਇਹ ਤਾਂ ਕਵਰ ਅਪ ਆਪਰੇਸ਼ਨ ਹੈ ਕਿ ਵੀ ਸਾਡੂ ਜੀ ਇਲੈਕਸ਼ਨ ਦੇ ਕਾਰਨ ਕੀਤਾ ਜਾ ਰਿਹਾ, ਅਸੀਂ ਜਿਹੜਾ ਹੈਗਾ ਕਿ ਵੀ ਦਲਿਤ ਹੈਗੀਆਂ ਤਾਂ ਕਰਕੇ ਕੀਤਾ ਜਾ ਰਿਹਾ। ਸਵਾਲ ਇਹ ਹੈਗਾ ਕਿ ਹੁਣ ਪਿੱਛੇ ਜੇ ਉਹਨੇ ਭਾਂਜੇ ਨੇ ਸਟੇਟਮੈਂਟ ਵੀ ਦਿੱਤੀ ਔਨ ਰਿਕਾਰਡ ਜਿਹੜੀ ਹੈਗੀ ਹੈ ਐਨਫੋਰਸਮੈਂਟ ਡਿਪਾਰਟਮੈਂਟ ਨੂੰ ਕਿ ਪੈਸੇ ਬਦਲੀਆਂ ਦੇ ਸੀਗੇ, ਤੇ ਹੁਣ ਸਵਾਲ ਹੈ ਕਿ ਕਿੱਥੋਂ ਭੱਜ ਸਕਦੇ ਆਪਾਂ। ਤੇ ਜੇ ਕਿਤੇ ਖੁਦਾ ਨਾ ਖਾਸਤਾ ਮੈਂ ਤਾਂ ਕਹਿੰਦਾ ਕਿ ਭਾਂਜੇ ਤੇ ਰੇਡ ਹੋਇਆ, ਜੇ ਕਿਤੇ ਮਾਮੇ ਤੇ ਹੁੰਦਾ ਤੇ ਕੀ ਹਾਲ ਹੁੰਦਾ। ਸੋ ਸਵਾਲ ਤਾਂ ਹੈਗਾ ਕਿ ਵੀ ਇਹ ਪੈਸਾ ਜਿਹੜਾ ਇੰਨਾ ਇਕੱਠਾ ਹੋਇਆ 10 ਕਰੋੜ ਰੁਪਈਆ ਹੈਗਾ, ਇਹ ਭਾਂਜੇ ਕੋਲ ਆਇਆ ਕਿੱਥੋਂ ਹੈਗਾ, ਤਾਂ ਉਹਨੂੰ ਇੱਕ ਕਵਰ ਅਪ ਆਪਰੇਸ਼ਨ ਦਿੱਤਾ ਜਾਏ, ਸਾਨੂੰ ਪੋਲੀਟੀਕਲ ਵੈਂਡੇਟਾ ਹੈ ਜੀ। ਨਹੀਂ ਅਸਲ ਮਾਮਾ ਨਹੀਂ, ਮੇਰਾ ਖਿਆਲ ਉਹ ਮਾਸੜ ਨੇ ਉਹਨਾਂ ਦੇ, ਤੇ ਇਹ ਹੁਣ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚੰਨੀ ਸਾਹਿਬ ਤੇ ਵੀ ਗੱਲ ਜਾ ਸਕਦੀ? ਹੋ ਸਕਦਾ, ਐਸੀ ਤਾਂ ਗੱਲ ਨਹੀਂ, ਤਾਰਾਂ ਤਾਂ ਉਧਰ ਹੀ ਲੀਡ ਕਰਦੀਆਂ ਵੀ, ਐਸੀ ਤਾਂ ਕੋਈ ਗੱਲ ਨਹੀਂ। ਜਿਹੜਾ ਇਸ਼ਾਰਾ ਜਿਹੜਾ ਹੈਗਾ ਆਫ ਸਸਪੀਸ਼ਨ ਉਹ ਨੈਚੁਰਲ ਹੈਗਾ ਮਾਸੜ ਸਾਹਿਬ ਤੇ ਹੈ। ਅੱਛਾ, ਦੂਜੀ ਗੱਲ ਇਹ ਕਿ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਸੀਐਮ ਫੇਸ ਨਹੀਂ ਬਣਾਇਆ ਜੀ ਕਾਂਗਰਸ ਪਾਰਟੀ ਨੇ। ਸਿੱਧੂ ਸਾਹਿਬ 12-13 ਸਾਲ ਬੀਜੇਪੀ 'ਚ ਰਹੇ, ਵੱਡੇ ਲੀਡਰ ਸੀਗੇ, ਚਲੋ ਪਿਛਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਉਹ ਛੱਡ ਗਏ ਪਾਰਟੀ, ਉਹਨਾਂ ਨੂੰ ਨਾ ਬਣਾਇਆ ਜਾਣਾ, ਉਹਨਾਂ ਦੀ ਹੁਣ ਸਿਆਸਤ ਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਜੇ ਥੋੜ੍ਹਾ ਜਿਹਾ ਤੁਸੀਂ ਦੱਸੋਗੇ ਉਸ ਤੋਂ ਬਾਅਦ ਮੈਂ ਫਿਰ ਉਹ ਮਜੀਠੀਆ ਸਾਹਿਬ ਦੇ ਉਹਨਾਂ ਦੇ ਖਿਲਾਫ ਇਲੈਕਸ਼ਨ ਲੜਨ ਵਾਲੇ ਪਾਸੇ ਵੀ ਜਾਣਾ। ਦੇਖੋ ਇਸ ਤਰ੍ਹਾਂ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਇਹ ਠੀਕ ਹੈ ਕਿ ਵੀ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਕਿ ਪੋਲੀਟੀਕਲ ਸਪੇਸ ਦਿੱਤੀ ਉਹਨਾਂ ਨੂੰ। ਕ੍ਰਿਕਟ 'ਚੋਂ ਜਦੋਂ ਪਾਕਿਸਤਾਨ 'ਚ ਉੱਥੇ ਖੇਲ ਰਹੇ ਸੀ ਸ਼ਾਇਦ, ਜਾਂ ਉੱਥੇ ਐਜ਼ ਏ ਕਮੈਂਟੇਟਰ ਸੀ ਸ਼ਾਇਦ, ਤੇ ਉਹਦੇ ਬਾਅਦ ਇਨਵਾਈਟ ਕੀਤਾ ਤੇ ਅੰਮ੍ਰਿਤਸਰੋਂ ਬਾਰਡਰ ਟੱਪਿਆ ਤੇ ਨਾਲ ਹੀ MP 14-15 ਦਿਨਾਂ 'ਚ ਬਣਾਤਾ। ਲੇਕਿਨ ਕੁਛ ਚੀਜ਼ਾਂ ਹੁੰਦੀਆਂ ਕਿ ਵੀ ਉਹਨਾਂ ਦਾ ਠੀਕ ਹੈ ਕਿ ਕੁਛ ਪਲੱਸ ਪੁਆਇੰਟ ਵੀ ਹੈ, ਲੇਕਿਨ ਥੋੜ੍ਹਾ ਜਿਹਾ ਇਸ ਗੱਲ ਦਾ ਹੈਗਾ ਕਿ ਵੀ ਆਪਣਾ ਈਗੋਇਸਟ ਹੈ, ਔਰ ਉਹਨਾਂ ਦਾ ਇੱਕ ਆਪਣਾ ਏਜੰਡਾ ਹੈ ਕਿ ਵੀ ਆਪਣਾ ਕਿ ਵੀ ਮੈਂ ਜੇ ਹੁਣ ਉਹਨਾਂ ਦੇ ਦਿਮਾਗ 'ਚ ਹੈਗਾ ਮੈਂ ਮੁੱਖ ਮੰਤਰੀ ਬਣਨਾ। ਹੁਣ ਜਦੋਂ ਬੀਜੇਪੀ 'ਚ ਸੀਗੇ, ਛੋਟੀ ਤੋਂ ਛੋਟੀ ਗੱਲ 'ਤੇ ਮੁੱਛ ਦੇ ਵਾਲ ਦਾ ਸਵਾਲ ਬਣਾ ਲੈਂਦਾ, ਮੈਂ ਇਹਨੂੰ ਕਹਾਂਗਾ ਐਕਸੈਂਟਰਿਕ ਵੀ ਹੈ। ਸੋ ਉਹਨਾਂ ਨੇ ਕਹਿੰਦਾ ਮੈਂ ਅੰਮ੍ਰਿਤਸਰ ਦਾ MP ਹਾਂ, ਮੈਂ ਬਦਲੀ ਨਹੀਂ ਹੋਣੀ ਚਾਹੀਦੀ, ਮੈਂ ਲੋਕਲ ਗਵਰਨਮੈਂਟ ਮਿਨਿਸਟਰ ਸੀਗਾ। ਸੋ ਉਹ ਨਾਤੇ ਅੱਜ ਉਹਨਾਂ ਦੇ ਦਿਮਾਗ 'ਚ ਕੋਈ ਕੀੜਾ ਫਸਿਆ ਕਿ ਮੈਂ ਮੁੱਖ ਮੰਤਰੀ ਬਣਨਾ। ਸੋ ਜਦੋਂ ਦੇਖਿਆ ਕਿ ਵੀ ਬੀਜੇਪੀ ਨੇ ਜਿਹਨੇ ਮਾਂ ਪਾਰਟੀ ਹੈ, ਜਿਹਨੇ ਜਿਹੜਾ ਉਹਨਾਂ ਨੂੰ MP ਬਣਾਇਆ ਹੈਗਾ, ਠੀਕ ਹੈ ਨਾ, ਇੰਨਾ ਮਾਨ ਇੱਜ਼ਤ ਦਿੱਤਾ, ਉਹ ਛੱਡ ਕੇ ਚਲੇ ਗਏ। ਠੀਕ ਹੈ ਨਾ, ਪਹਿਲਾਂ ਟਰਾਈ ਮਾਰੀ ਉਹਦੇ 'ਚ ਪਹਿਲਾਂ ਕਿ ਆਮ ਆਦਮੀ ਪਾਰਟੀ ਜਾਣਾ, ਫਿਰ ਕਾਂਗਰਸ ਚਲੇ ਗਏ। ਹੁਣ ਜਦੋਂ ਕਾਂਗਰਸ ਵੀ ਖਟਪਟ ਇਸ ਲਈ ਗੱਲ ਦੀ ਸੀਗੀ ਕਿ ਵੀ ਭਾਈ ਮੈਂ ਮੁੱਖ ਮੰਤਰੀ ਬਣਨਾ, ਜੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਉਹ ਚੱਲਦੇ ਰਹੇ ਆ, ਬੋਲਦੇ ਰਹੇ ਆ, ਤਾਂ ਇਸੇ ਲਈ ਸੀਗਾ ਕਿ ਵੀ ਮੁੱਖ ਮੰਤਰੀ ਬਣਨਾ। ਉਹਦੇ ਬਾਅਦ ਉਹਨਾਂ ਨੇ ਲਾ ਕੇ ਤੇ ਚੰਨੀ ਦੀ ਪਿੱਠ ਠੋਕੀ। ਇਹ ਕੀ ਪਤਾ ਸੀਗਾ ਕਿ ਭਾਈ ਚੰਨੀ ਜਿਹੜਾ ਹੈਗਾ ਉਹ ਕਬਜ਼ਾ ਕਰ ਲਏਗਾ ਤੇ ਮੇਰਾ ਜਿਹੜਾ ਸੁਪਨਾ ਹੈਗਾ ਉਹ ਅਧੂਰਾ ਰਹੇਗਾ। ਤਾਂ ਅੱਜ ਜਿਹੜਾ ਹੈਗਾ ਕਾਂਗਰਸ ਹਾਈ ਕਮਾਂਡ ਨੇ ਵੀ ਕਹਿ ਦਿੱਤਾ ਕਲੀਅਰ ਕੱਟ ਕਿ ਵੀ ਚੰਨੀ ਹੁਣੀ ਵਿਲ ਬੀ ਦਾ ਸੀਐਮ ਫੇਸ, ਤੇ ਸਿੱਧੂ ਸਾਹਿਬ ਦਾ ਹੁਣ ਦੇਖੋ ਕਿੱਥੇ ਜਾਂਦੇ ਆ, ਕੀ ਰਾਜਨੀਤੀ ਜਾਂ ਉਹਦੇ ਦਰਵਾਜ਼ੇ ਬੰਦ ਹੋ ਰਹੇ, ਕਿਉਂਕਿ ਹੁਣ ਜਾਣਾ ਉਹਦੇ ਲਈ ਮੁਸ਼ਕਲ ਹੈ ਕਿਸੇ ਵੀ ਪਾਰਟੀ 'ਚ। ਨਹੀਂ, ਪਰ ਮੈਂ ਤੁਹਾਨੂੰ ਕਿਹਾ ਸੀ ਮੈਂ ਸਵਾਲ ਉਸ 'ਤੇ ਆਉਣਾ। ਗੱਲ ਇਹ ਆ ਕਿ ਵੀ ਇਹ ਵੀ ਦੋਸ਼ ਲੱਗਦੇ ਆ ਵੀ ਰਲ ਮਿਲ ਕੇ ਸਿੱਧੂ ਸਾਹਿਬ ਨੂੰ ਹੁਣ ਸਿਆਸਤ 'ਚੋਂ ਲਾਂਭੇ ਕਰ ਰਹੀਆਂ ਸਾਰੀਆਂ ਪਾਰਟੀਆਂ।
ਜਦੋਂ ਕੈਪਟਨ ਸਾਹਿਬ ਪਾਸੇ ਹੋਏ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਮੈਂ ਜਿੱਤਣ ਨਹੀਂ ਦੇਣਾ ਕਿਸੇ ਵੀ ਸੂਰਤ ਦੇ ਵਿੱਚ ਸਿੱਧੂ ਨੂੰ, ਤੇ ਅਸੀਂ ਮਜ਼ਬੂਤ ਕੈਂਡੀਡੇਟ ਦੇਵਾਂਗੇ। ਹੁਣ ਜੇ ਮਜ਼ਬੂਤ ਕੈਂਡੀਡੇਟ ਦੇਣਾ ਸੀ ਤੇ GS ਰਾਜੂ ਸਾਹਿਬ ਜਿਹੜੇ ਕਿ ਅੰਮ੍ਰਿਤਸਰ ਪੂਰਬੀ ਤੋਂ BJP ਨੇ ਲੀਡਰ ਬਣਾਏ ਨੇ, ਉਹ ਤਾਂ ਅਜੇ ਚੰਦ ਦਿਨ ਪਹਿਲਾਂ ਉੱਥੋਂ ਅਸਤੀਫਾ ਦੇ ਕੇ ਆਏ ਨੇ ਅਫਸਰੀ ਤੋਂ, ਤੇ ਮਜੀਠੀਆ ਸਾਹਿਬ ਨੂੰ ਅਕਾਲੀ ਦਲ ਦੇ ਵਿੱਚੋਂ ਇੱਕ ਫੇਸ ਬਣਾ ਕੇ ਤੇ ਉੱਥੇ ਪੇਸ਼ ਕੀਤਾ ਜਾਣਾ, ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਇਹ ਰੌਲਾ ਹੈ ਕਿ ਵੀ ਉਹ BJP ਦੀ, ਕੈਪਟਨ ਸਾਹਿਬ ਦੀ, ਅਕਾਲੀ ਦਲ ਦੀ ਰਲੀ ਮਿਲੀ ਗੱਲਬਾਤ ਹੈ ਕਿ ਵੀ ਐਤਕੀ ਸਿੱਧੂ ਨੂੰ ਪਾਰ ਨਹੀਂ ਲੱਗਣ ਦੇਣਾ। ਇਹਦੇ ਤੇ ਕੋਈ ਸਫਾਈ ਜੀ? ਦੇਖੋ ਗੱਲ ਇਹ ਹੈ, ਕਹਿੰਦੇ ਕਿ ਜੰਜ ਕਪੱਤੀ ਸੁਥਰਾ ਭਲਾ ਮਾਂਸ। ਸਵਾਲ ਤਾਂ ਹੈਗਾ ਕਿ ਵੀ ਨਵਜੋਤ ਸਿੰਘ ਸਿੱਧੂ ਹੁਣੀ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਲੰਬੀ ਦੇਰ ਤੱਕ ਨਹੀਂ ਰਹਿ ਸਕਦੇ। ਇਹ ਤਾਂ ਸਿਰਫ ਹੈਗਾ ਕਿ ਮਿਸਿਸ ਨਵਜੋਤ ਕੌਰ ਤੇ ਨਵਜੋਤ ਸਿੰਘ ਪਾਰਟੀ ਬਣਾਉਣੀ ਚਾਹੀਦੀ ਹੈ, ਇਹਨਾਂ ਨੂੰ ਦੋਨੋਂ ਹਸਬੈਂਡ ਵਾਈਫ ਰਹਿਣ, ਉਹਦੇ ਨਾਲ ਹੀ ਚੱਲ ਸਕਦੀ ਹੈ। ਇਹ ਜ਼ਿਆਦਾ ਦੇਰ ਕਿਸੇ ਨਾਲ ਕੱਟ ਨਹੀਂ ਸਕਦੇ। ਹੁਣ ਸਵਾਲ ਇਹ ਹੈ ਕਿ ਵੀ ਇਲੈਕਸ਼ਨ ਜਿਹੜਾ ਹੈਗਾ ਕਿ ਵੀ ਉਹਦੇ ਖਿਲਾਫ ਜਿਹੜੇ ਕੈਂਡੀਡੇਟ ਪੁੱਟ ਕਰਨਾ ਹੈਗਾ, ਸਾਡੇ ਕੋਲ ਜੋ ਬੈਸਟ ਫੁੱਟ ਸੀਗਾ ਅਸੀਂ ਪੇਸ਼ ਕੀਤਾ ਹੈਗਾ, ਉਧਰ ਆਪਣੇ ਮਜੀਠੀਆ ਹੁਣੀ ਖੜੇ ਹੋ ਗਏ ਆ। ਸੋ ਦੇਖੋ ਅੱਜ ਇੰਟਰਸਟਿੰਗ ਜਿਹੜੀ ਫਾਈਟ ਹੈਗੀ ਹੈ, ਰਲੇ ਮਿਲੇ ਵਾਲੀ ਗੱਲ ਨਹੀਂ ਕੋਈ ਹੈਗੀ ਹੈ। ਓਕੇ, ਮਤਲਬ ਮਜੀਠੀਆ ਸਾਹਿਬ ਨੂੰ ਉੱਥੇ ਖੜਾ ਕਰਨ, ਸਪੋਰਟ ਕਰਨ 'ਚ BJP ਦਾ, ਕੈਪਟਨ ਸਾਹਿਬ ਦਾ ਕੋਈ ਰੋਲ ਨਹੀਂ? ਤੁਸੀਂ ਨਹੀਂ, ਸਾਡਾ ਨਹੀਂ, ਇਹ ਰੋਲ ਨਹੀਂ ਹੈਗਾ। ਦੇਖੋ ਅਸੀਂ ਕਹੀਏ ਕਿ ਵੀ ਉਹਨਾਂ ਨੇ ਆਪਣੀ ਉਹਦੀ ਕੁੜੱਤਨ ਜਿਹੜੀ ਹੈ ਨਾ ਜੀ, ਪੁਰਾਣੀ ਚਲੀ ਆ ਰਹੀ ਹੈ। ਜੈਸੇ ਕਿ ਨਾ ਅਕਾਲੀ ਦਲ ਨਾਲ ਵੀ ਕੁੜੱਤਨ ਉਹ BJP ਸਮੇਂ ਵੀ ਜਿਹੜੀ ਹੈਗੀ ਚਲਦੀ ਪਈ ਸੀਗੀ। ਤਾਂ ਕੁੜੱਤਨ ਦੇ ਵਿੱਚ ਜਿਹੜਾ ਹੈਗਾ ਕਿ ਮਜੀਠੀਆ ਹੁਣੀ, ਕਿਉਂਕਿ ਬੋਲਦਾ ਤਾਂ ਜ਼ਿਆਦਾ ਮਜੀਠੀਆ ਦੇ ਖਿਲਾਫ ਸੀਗਾ ਨਵਜੋਤ ਸਿੰਘ ਸਿੱਧੂ, ਤੇ ਹੁਣ ਹੈਗਾ ਕਿ ਮਜੀਠੀਆ ਨੇ ਸਥਾਨ ਲਿਆ ਕਿ ਮੈਂ ਇਹਦੇ ਖਿਲਾਫ ਜਿਹੜਾ ਖੜਾ ਹੋਣਾ ਜੀ। ਅੱਛਾ, ਇੱਕ ਕਾਲੀਆ ਸਾਹਿਬ, ਜੋ ਕੁਝ ਹੋਇਆ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਸਿਰਸਾ ਮੁਖੀ, ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੰਸਾ ਹੋਰਾਂ ਨੂੰ ਪੈਰੋਲ ਦੇ ਉੱਪਰ 21 ਦਿਨ ਦੇ ਲਈ ਬਾਹਰ ਲਿਆਂਦਾ ਗਿਆ। ਹੁਣ ਹਰਿਆਣੇ ਦੇ ਵਿੱਚ ਸਰਕਾਰ ਤੁਹਾਡੀ BJP ਦੀ ਆ, ਉਹਨਾਂ ਦਾ ਫੈਸਲਾ, ਖੱਟਰ ਸਾਹਿਬ ਕਹਿੰਦੇ ਜੀ 3 ਸਾਲ ਤੋਂ ਬਾਅਦ ਕਿਸੇ ਨੂੰ ਵੀ ਇਹ ਹੱਕ ਹੈਗਾ ਵੀ ਉਹ ਬਾਹਰ ਆ ਸਕਦਾ ਜੀ ਪੈਰੋਲ 'ਤੇ। ਪਰ ਜਿਸ ਮੌਕੇ ਦੇ ਉੱਪਰ ਬਾਹਰ ਲਿਆਂਦਾ ਗਿਆ ਜੀ, ਉਹਦੇ 'ਤੇ ਕਿੰਤੂ ਹੋ ਰਿਹਾ ਕਿ BJP ਦੀ ਵੋਟਾਂ ਨੂੰ ਲੈ ਕੇ ਕੋਈ ਨਾ ਕੋਈ ਨੀਤੀ ਹੈ। ਇਹਦੇ 'ਤੇ ਕੀ ਕਹਿਣਾ ਚਾਹੁੰਦੇ? ਦੇਖੋ ਗੱਲ ਇਹ ਹੈ ਕਿ ਵੀ ਹਰਿਆਣਾ ਗਵਰਨਮੈਂਟ ਹੈ, ਔਰ ਜੋ ਜਾਂ ਤਾਂ ਹੋਵੇ ਨਾ ਕੋਈ ਗੈਰ ਕਾਨੂੰਨੀ ਕੰਮ ਕੀਤਾ ਹੋਵੇ ਫਿਰ ਤਾਂ ਸਮਝ ਆਉਂਦੀ ਹੈ। ਹੁਣ ਸਵਾਲ ਸਿਰਫ ਟਾਈਮਿੰਗ ਦਾ ਹੈ, ਠੀਕ ਹੈ ਨਾ ਜੀ। ਹੁਣ ਇਹ ਹੈਗਾ ਕਿ ਵੀ BJP ਦੇ ਇਲੈਕਸ਼ਨਸ ਹੋ ਰਹੇ ਆ, ਹਰਿਆਣਾ ਦੇ ਨਹੀਂ ਹੋ ਰਹੇ ਹੈਗੇ, ਉਹਨਾਂ ਨੇ ਆਪਣੇ ਤੌਰ ਤੇ ਸੋਚ ਕੇ ਪੈਰੋਲ ਤੇ ਲਿਆ, ਲੇਕਿਨ ਆਪਾਂ ਕਹੀਏ ਕਿ ਵੀ ਇਹ ਪੋਲੀਟੀਕਲੀ ਮੋਟੀਵੇਟਡ ਹੈ, ਐਬਸੋਲੂਟਲੀ ਰੋਂਗ ਜੀ। ਨਹੀਂ, ਤੁਹਾਨੂੰ ਲੱਗਦਾ ਨਹੀਂ ਵੀ ਇਹ ਪੋਲੀਟੀਕਲ ਗੱਲ? ਤੁਸੀਂ ਆਪੇ ਜ਼ਿਕਰ ਕਿਹਾ ਵੀ ਇੱਕ ਸਵਾਲ ਟਾਈਮਿੰਗ ਦਾ, ਟਾਈਮਿੰਗ ਹੀ ਤੇ ਹੁੰਦੀ ਹੈ ਹਰ ਚੀਜ਼ ਦੇ ਵਿੱਚ। ਤੁਸੀਂ ਕਹਿ ਰਹੇ ਹੋ ਟਾਈਮਿੰਗ ਫਿੱਟ ਬਹਿ ਗਏ ਤੇ ਫਿਰ ਕੰਮ ਸੈੱਟ ਹੈ। ਨਹੀਂ, ਤੁਸੀਂ ਉਹ ਟਾਈਮਿੰਗ ਦਾ ਤੁਸੀਂ ਗੱਲ ਕਹੀ ਹੈ ਕਿ ਵੀ ਇਹ ਜਿਹੜਾ ਹੈਗਾ ਕਿ ਇਲੈਕਸ਼ਨ ਨੂੰ ਦੇਖਦੇ ਕੀਤਾ। ਸਵਾਲ ਹੈਗਾ ਕਿ ਵੀ ਇੱਕ ਬੰਦੇ ਨੇ ਪੈਰੋਲ ਮੰਗੀ ਹੈ, ਠੀਕ ਹੈ ਨਾ, ਉਹਨੇ ਇਲੈਕਸ਼ਨਾਂ ਦੇ ਸਮੇਂ ਮੰਗ ਲਈ, ਜਿਹਦੇ ਪੰਜਾਬ ਦੇ ਇਲੈਕਸ਼ਨ 'ਚ, ਹਰਿਆਣਾ ਦੇ ਇਲੈਕਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਲੈਕਸ਼ਨ ਉੱਥੇ ਹੋ ਨਹੀਂ ਰਹੇ, ਠੀਕ ਹੈ ਨਾ ਜੀ। ਜੇ ਤਾਂ ਉੱਥੇ ਹਰਿਆਣੇ 'ਚ ਇਲੈਕਸ਼ਨ ਹੁੰਦੇ ਫਿਰ ਗੁਰਮੀਤ ਰਾਮ ਰਹੀਮ ਉਹਨਾਂ ਨੂੰ ਪੈਰੋਲ ਤੇ ਰਿਲੀਜ਼ ਕੀਤਾ ਜਾਂਦਾ, ਫਿਰ ਹੁੰਦਾ ਕਿ ਵੀ ਪੋਲੀਟੀਕਲੀ ਮੋਟੀਵੇਟਡ ਹੈ। ਹੁਣ ਜੇ ਤੁਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਬੰਦੇ ਹੈਗੇ ਆ ਕਿ ਵੀ ਉਹਨਾਂ ਦੇ ਪੈਰੋਲ ਤੇ ਰਿਹਾ ਕੀਤਾ ਉਹਨਾਂ ਕਈ ਸਰਕਾਰਾਂ ਨੇ, ਤੇ ਉਹਦਾ ਮਤਲਬ ਹੈਗਾ ਉਹ ਪੰਜਾਬ ਦੇ ਕਾਰਨ ਕੀਤਾ ਹੋਇਆ। ਸੋ ਇਸ ਲਈ ਆਪਾਂ ਇਹਨੂੰ ਜੋੜਨਾ ਉਹ ਗਲਤ ਹੈ। ਨਹੀਂ, ਇਹ ਜੋੜ ਅਸੀਂ ਨਹੀਂ ਰਹੇ, ਇਹ ਵੀ ਤਾਂ ਦੇਖੋ ਜਿਹੜੇ ਲੋਕ ਵਿਰੋਧ ਕਰਦੇ ਨੇ ਉਹੀ ਜੋੜਦੇ ਨੇ। ਜੇ ਮੈਂ ਜ਼ਿਕਰ ਕਰਾਂ ਤੇ SGPC ਪ੍ਰਧਾਨ ਨੇ ਧਾਮੀ ਸਾਹਿਬ, ਉਹ ਕਹਿੰਦੇ ਵੀ 1.5 ਮਹੀਨਾ ਪਹਿਲਾਂ ਤਾਂ SIT ਨੇ ਕਿਹਾ ਸੀ ਵੀ ਜਾਂਚ ਦੇ ਲਈ ਸਾਨੂੰ ਡੇਰਾ ਸਿਰਸਾ ਮੁਖੀ ਚਾਹੀਦਾ ਜੀ 1 ਦਿਨ ਲਈ। ਉਦੋਂ ਤਾਂ ਕਿਹਾ ਗਿਆ ਕਿ ਪ੍ਰਸ਼ਾਸਨ ਵੱਲੋਂ ਵੀ ਉਹ ਬਾਹਰ ਨਹੀਂ ਆ ਸਕਦਾ, ਬਹੁਤ ਜ਼ਿਆਦਾ ਖਤਰਾ ਪੈਦਾ ਹੋ ਜਾਊਗਾ। ਤੇ 1.5 ਮਹੀਨੇ ਬਾਅਦ ਐਡਾ ਕਿਹੜਾ ਪ੍ਰਬੰਧ ਕਰ ਲਿਆ ਵੀ ਹੁਣ 21 ਦਿਨ ਬੰਦਾ ਬਾਹਰ ਰਹੂਗਾ, ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ? ਦੇਖੋ ਇਹਦੇ ਨਾਲ ਕੋਈ ਦੇਖੋ ਗੱਲ ਇਹ ਹੈਗਾ ਕਿ ਵੀ ਸਾਡੀ ਜਿਹੜੀ ਕਹਿੰਦੇ ਇੰਡੀਅਨ ਪੋਲਿਟੀ ਜਿਹੜਾ ਹੈਗਾ, ਭਾਰਤ ਦਾ ਜਿਹੜਾ ਵੋਟਰ ਹੈਗਾ ਬਹੁਤ ਸੂਝਵਾਨ ਹੈ। ਉਹਨੂੰ ਪਤਾ ਹੈ ਕਿ ਵੀ ਭਾਈ ਕਿੱਥੇ ਵੋਟ ਪਾਣੀ ਹੈ, ਕਿਹੜੀ ਸਰਕਾਰ ਬਦਲਣੀ ਹੈ, ਕਦੋਂ ਬਦਲਣੀ ਹੈ। तो ਅਸੀਂ ਕਹੀਏ ਕਿ ਬਹੁਤ ਜ਼ਿਆਦਾ ਇਨਫਲੂਐਂਸ ਹੋਏਗਾ, ਐਸਾ ਕੋਈ ਗੱਲ ਨਹੀਂ ਹੈਗੀ। ਨੰਬਰ 1। ਦੂਸਰਾ ਹੈਗਾ ਕਿ ਵੀ ਉਹ ਹਰਿਆਣਾ ਸਰਕਾਰ ਦਾ ਨਿਰਣੇ ਹੈ, ਉੱਥੇ ਰਹਿੰਦੇ ਹੈ, ਠੀਕ ਹੈ ਨਾ। ਤੇ ਹੁਣ ਅਸੀਂ ਇੱਦਾਂ ਦਾ ਫਾਰ ਫੈਸਟ ਲਵਾਂਗੇ ਕਿ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਤੁਸੀਂ ਜਿਹੜੀਆਂ ਸਟੇਟਾਂ ਸਾਰਿਆਂ ਦੇ ਵਿੱਚ ਸਰਕਾਰਾਂ ਹੈਗੀਆਂ, ਕੋਈ ਨਾ ਕੋਈ ਬੰਦਾ ਰਿਲੀਜ਼ ਹੋਏਗਾ, ਠੀਕ ਹੈ ਨਾ। ਉਹ ਹੁਣ ਕਹੀਏ ਕਿ ਵੀ ਉਹਨੂੰ ਪੰਜਾਬ ਨਾਲ ਲਿੰਕ ਕਰੀਏ, ਮੇਰਾ ਗਲਤ ਹੈ ਜੀ। ਚਲੋ ਜੇ ਤੁਸੀਂ ਕਹਿੰਦੇ ਹੋ ਕਿ ਉਹਦੇ ਨਾਲ ਕੋਈ ਫਰਕ ਨਹੀਂ ਹੈ ਤੇ ਆਪਾਂ ਮੰਨ ਲੈਂਦੇ ਆ, ਬਾਕੀ ਦਰਸ਼ਕ ਮੰਨਣ ਨਾ ਮੰਨਣ ਇਹ ਉਹਨਾਂ ਤੇ ਆ। ਇੱਕ ਮੈਂ ਜ਼ਿਕਰ ਕਰਾਂ ਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਜੀ ਸਾਲ ਸਵਾ ਸਾਲ, ਉਹਦਾ ਕੋਈ ਨੁਕਸਾਨ ਤੁਸੀਂ ਮੰਨਦੇ ਹੋ ਕਿ ਖਾਸ ਕਰਕੇ ਪੰਜਾਬ ਵਾਲੀ ਬੀਜੇਪੀ ਨੂੰ ਹੋਇਆ? ਦੇਖੋ ਐਸਾ ਹੈ ਕਿ ਜਿੱਦ ਤੱਕ ਤਾਂ ਪੋਲੀਟੀਕਲ ਵੀ ਅਸੀਂ ਕਹੀ ਕਿ ਰਾਜਨੀਤਿਕ ਨੁਕਸਾਨ ਦੀ ਗੱਲ ਹੈ, ਠੀਕ ਹੈ ਨਾ ਜੀ, ਉਹ ਜ਼ਰੂਰ ਹੋਇਆ, ਟੈਂਪਰੇਰੀ ਹੋਇਆ। ਉਹਦੇ ਵਿੱਚ ਮੈਂ ਕੋਈ ਦੋ ਰਾਏ ਨਹੀਂ ਹੈ ਕਿ ਵੀ ਇੱਕ ਢਾਲ ਲੱਗੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਯੂਨਿਟ ਨੂੰ। ਲੇਕਿਨ ਜਿਹੜਾ ਹੈਗਾ ਕਿ 19 ਨਵੰਬਰ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ, ਠੀਕ ਹੈ ਨਾ, ਟੈਲੀਵਿਜ਼ਨ 'ਤੇ ਆ ਕੇ, ਹਾਂਜੀ, ਔਰ ਇਹ ਗੱਲ ਦਾ ਕਿ ਵੀ
देश की और प्रदेश की पंजाब की अमन शांति भाईचारा, ठीक है ना, एकता अखंडता, कि भी ਇਹਦੇ ਤੇ ਆਂਚ नहीं आनी चाहिए। कोई कानून हैगा जे किसान भरा नहीं चाहते तो उन्होंने वो वापस ले ले, और वापस लैके तुसी ये देखो कि भी उन्होंने माफ़ी मंगी, हालांकि किसी ने कंपैल नहीं किया। तो उस तो बाद जो ना असी कहीए कि सानू जो बीजेपी का यूनिट हैगा उन्होंने रादर लोगों ने एक्सैप्ट करना शुरू है। मैनू मतलब मैं कई सोशल फंक्शन से गया 19 नवंबर तो बाद, मैनू सिख भाईचारे के लोग मिले, कहते बहुत वधिया किया, असीं तुहाडे नाल चलांगे जी, तुहानूं असीं वोटां पावांगे, जिथे तक पोलीटिकल दी है। हुण तुसीं देखो कि माफ़ी मंगना कोई कंपलशन नहीं सीगी। हुण तुसीं जदों 84 का कतलेआम होया, ठीक है, उस तो बाद पंजाबियों ने खास करके सिख भाईचारे ने यह कहा कि भी प्रधानमंत्री माफ़ी मंगे, ठीक है। हुण अच्छा राजीव गांधी भी रहे उन्होंने प्रधान, डॉक्टर मनमोहन सिंह भी रहे प्रधानमंत्री, ठीक है ना, तो और नरसिम्हा राव भी रहे, लेकिन माफ़ी नहीं मंगी उन्होंने, हाले तक नहीं मंगी माफ़ी। लेकिन विशाल हृदय कोई बंदा जिहड़ा एक वड्डी सोच वाला है, क्योंकि पिता जिहड़ा राजा का प्रजा का संबंध होंदा ना, पिता पुत्र वर्गा होंदा है। तो असीं कहीए कि भी उन्होंने अपना अपने श्री नरेंद्र मोदी जी ने कि भी मेरा ये परिवार है, ठीक है ना, कभी होंदा कि भी बेटा ही जिद कर पैंदा तो कभी बाप मान लैंदा। तो उन्होंने कहा भाई कि भी मैं पंजाब की अमन शांति भाईचारे को खराब नहीं करना, क्योंकि किसान भी जिहड़ा हैगा वो अन्नदाता है, और अन्नदाता का मतलब रब का दूजा रूप है। तो जे रब नाराज हो गया मैं की खट्टिया, तो उन्होंने अपने सू मोटो तौर पर, ठीक है जी, और उन्होंने विड्रॉ किया कानून, ठीक है जी, और उसे रहे कि भी भाईचारा अमन शांति कायम रहे। तो उस नाते जिहड़ा हैगा कि भी अज इस गल का एडा वड्डा कि भी उन्होंने निर्णय, और विशाल हृदय उन्होंने एक अजब मैं कहांगा एक पर्सनैलिटी सामने आई है कि भाई ये एक कोमल हृदय है जिहड़ा सामने लगता कि भी जिहड़ा सख्त निर्णय लैण वाला व्यक्ति है, जिन्हें बालाकोट किया, ठीक है ना जी, निर्णय कि भी उथे पाकिस्तान में जिहड़ा हैगा जैसे को तैसा किया हैगा। तो वह व्यक्ति का कोमल हृदय है अपने लिए कि मेरा भाईचारा देश अमन शांति ते कायम रहनी चाहिए है, ਆਪਾਂ ਨੂੰ कानून ਦੀ ਜਿਹੜੇ ਨਾ ਉਹ ਉੱਪਰ नहीं है मेरे तो। पर ਕਾਲੀਆ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਾਰਾ ਕੁਝ ਜੇ ਛੇਤੀ ਕਰ ਲਿਆ ਜਾਂਦਾ, ਮਹੀਨੇ 2 ਮਹੀਨੇ ਚ ਕਰ ਲਿਆ ਜਾਂਦਾ, 700 ਤੋਂ ਉੱਪਰ ਜਿਹੜੀਆਂ ਉਹ ਉੱਥੇ ਸ਼ਹਾਦਤਾਂ ਹੋਈਆਂ ਕਿਸਾਨਾਂ ਦੀਆਂ ਉਹ ਨਾ ਹੁੰਦੀਆਂ, ਇੰਨਾ ਵੱਡਾ ਆਰਥਿਕ ਨੁਕਸਾਨ ਹੋਇਆ ਉਹ ਨਾ ਹੁੰਦਾ, ਪੋਲੀਟੀਕਲ ਤੌਰ ਦੇ ਉੱਪਰ ਜੇ ਬੀਜੇਪੀ ਨੂੰ ਤੁਸੀਂ ਖੁਦ ਵੀ ਮੰਨਦੇ ਹੋ ਕਿ ਉਹ ਨਾ ਨੁਕਸਾਨ ਹੁੰਦਾ, ਇਹ ਪਹਿਲਾਂ ਹੀ ਕਰ ਲਿਆ ਜਾਂਦਾ ਜੀ? देखो गल हैगा कि कुछ चीज़ां होंदियां अपने वस नहीं हुंदा, इंसान सोचता है जिंदगी दे विच कि भी अपने वस है, ठीक है, हुंदा है ईश्वर दे हत्थ है, वाहिगुरू दे हत्थ है। हुण जिहड़ा हैगा कि भी समा आया वो सारी चीज़ां सुलझ भी गईयां, ठीक है ना जी। वो समा नहीं सीगा जिहदे विच जिहड़ा हैगा कि भी एक बड़ा टेस्टिंग टाइम सीगा, पार्टी लिए भी सीगा, जनमानस लिए भी सीगा, कीता तो उन्होंने अच्छे लिए है, पर रिजल्ट उन्हें ठीक नहीं आए। फिर उन्होंने रिव्यू किया तो उन्होंने वापस ले लिया कानून। तो इसलिए आप बिल्कुल ठीक है कि पहला हो जाता, लेकिन पहला होने की गल है ना जी, ये चीज़ां इंसान के हाथ से नहीं होंदियां। कई बार चीज़ां जिहड़ियां है ईश्वर के हाथ हैगियां, वो जो चलदियां फिर उदों ही होंदा जो सही समा आना। ਕਾਲੀਆ ਸਾਹਿਬ ਹੁਣ 22 ਕਿ ਜਥੇਬੰਦੀਆਂ ਕਿਸਾਨਾਂ ਦੀਆਂ ਇਕੱਠੀਆਂ ਹੋ ਕੇ ਸੰਯੁਕਤ ਸਮਾਜ ਮੋਰਚਾ ਬਣਾਇਆ ਉਹਨਾਂ ਨੇ, ਤੇ ਉਹ ਇਲੈਕਸ਼ਨ ਲੜ ਰਹੀਆਂ ਨੇ ਜੀ। ਉਹਨਾਂ ਦੇ ਇਹਨਾਂ ਇਲੈਕਸ਼ਨਾਂ ਲੜਨ ਨੂੰ ਕਿੱਦਾਂ ਦੇਖਦੇ ਹੋ? देखो ऐसा है कि जमहूरीयत है, हर एक व्यक्ति ਨੂੰ अधिकार है कि वो लोकतंत्र ਦੇ ਵਿੱਚ चुनाव ਦੇ ਵਿੱਚ हिस्सा लवे बतौर वोटर, बतौर कैंडीडेट। जे पार्टी बनानी है बना सकता। सो उन्होंने किसान अंदोलन ने जिहड़ा हैगा कि भी सारे मोर्चा बना के ते जिहड़े लोग लगे हुए सीगे उन्होंने अपना राजनीति च कुदन का जिहड़ा हैगा कि फैसला किया हैगा। वो जित तक सवाल है फैसला कर सकते, लेकिन ये एक प्रश्न ये खड़ा होंदा कि भी जिन्नी देर आप लड़ते रहे हैं, ठीक है ना, असी कहते सीगे कि भी भाई राजनीतिक पार्टियां के उत्ते जिहड़ा हैगा कि भी असी प्रोटेस्ट किया, बीजेपी भी किया, कांग्रेस से भी किया, सो कोई पार्टी रही नहीं सीगी। लेकिन हैगा हुण असी उन्हां वर्गे हो गए हैं। तो उत्तां तो चलो ठीक हैगा कि भी पोलीटिकली उन्होंने अधिकार हैगा लड़न दा हैगा, सो लड़ रहे हैगे। तो आने वाले समय दे विच जिहड़ी गल बड़ी उन्हां दी पहली गल सी ना कि भी एक स्टैंड जिहड़ा लिता सीगा किसानी लई वो वीक जरूर होया। ਕਾਲੀਆ ਸਾਹਿਬ कोई गल मैं पुछनी भुल गया होवां जी, तुसीं इस प्लेटफॉर्म तो कहनी चाहो जरूर कहो जी। देखो अज जो स्थिति है कि असीं कि पंजाब नूं देखदे होया, ठीक है कि भी अज पुरानी राजनीति जिहड़ी है ना जी बदल गई हैगी, जिहड़ी असीं डायरैक्ट मैं पहले भी कहा कि भी डायरैक्ट फाइट जिहड़ी हैगी हुण हैगा कि मल्टी कॉर्नर कॉन्टेस्ट फॉर टाइम्स टू कम होना है। इहदे च असैसमेंट करनी बहुत औखी हैगी है। असीं कहीए कि भी जिहड़ा कास्ट फैक्टर भी होना,
ਪੋਪੂਲੈਰਿਟੀ ਕੈਂਡੀਡੇਟ ਵੀ ਹੋਣੀ ਹੈ, ਪਾਰਟੀ ਦੀ ਪਰਫਾਰਮੈਂਸ ਵੀ ਹੋਣੀ ਹੈ। ਜਿੱਦਾਂ ਯੂਪੀ ਦੇ ਇਲੈਕਸ਼ਨ ਹੁੰਦੇ ਨਾ, ਉਸੇ ਤਰ੍ਹਾਂ ਦੇ ਹੁਣ ਅਗਾਂਹ ਹੋਣੇ ਆ। ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਇਸ ਰਾਜਨੀਤਿਕ ਦਲ ਦੇ ਵਿੱਚ ਜੇ ਕੋਈ ਇੱਕੋ ਪਾਰਟੀ ਕਮਲ ਦੇ ਰੂਪ 'ਚ ਖੜੀ ਹੋ, ਭਾਰਤੀ ਜਨਤਾ ਪਾਰਟੀ ਹੈ, ਸਾਫ਼ ਸੁਥਰੀ ਹੈ। ਸੋ ਅਪੀਲ ਕਰਾਂਗਾ ਮੈਂ ਸਾਥੀਆਂ ਨੂੰ ਵੀ, ਪੰਜਾਬ ਦੇ ਲੋਕਾਂ ਨੂੰ ਵੀ, ਕਿ ਇਸ ਸਮੇਂ ਨਾਲ ਚੱਲੀਏ। ਭਾਰਤੀ ਜਨਤਾ ਪਾਰਟੀ ਹੀ ਜਿਹੜੀ ਹੈਗੀ ਹੈ ਦੇਸ਼ ਦੀ, ਪ੍ਰਦੇਸ਼ ਦੀ ਅਮਨ, ਸ਼ਾਂਤੀ, ਭਾਈਚਾਰਾ, ਏਕਤਾ, ਅਖੰਡਤਾ ਦੇ ਉੱਤੇ ਪਹਿਰਾ ਦੇ ਸਕਦੀ ਹੈ। ਕਾਂਗਰਸ ਨਹੀਂ ਦੇ ਸਕਦੀ, ਨਾ ਹੀ ਉਹਨਾਂ ਦਾ ਕੋਈ ਨੇਤਰਤਵ ਹੈਗਾ। ਸੋ ਇਸ ਲਈ ਜਿਹੜਾ ਹੈਗਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਆਓ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਚੱਲੀਏ, ਪੰਜਾਬ 'ਚ ਵੀ, ਦੇਸ਼ 'ਚ ਵੀ। ਜੀ ਬਹੁਤ ਧੰਨਵਾਦ ਕਾਲੀਆ ਸਾਹਿਬ, ਸਮਾਂ ਦੇਣ ਧੰਨਵਾਦ ਲਈ ਜੀ ਤੁਹਾਡਾ। ਸ਼ੁਕਰੀਆ ਜੀ, ਸ਼ੁਕਰੀਆ ਜੀ। ਸੋ ਇਹ ਸਨ ਜੀ ਮਨੋਰੰਜਨ ਕਾਲੀਆ ਜੀ, ਤੇ ਜਿਹੜੇ ਕਿ ਕੈਂਡੀਡੇਟ ਨੇ ਜੀ ਜਲੰਧਰ ਸੈਂਟਰਲ ਹਲਕੇ ਤੋਂ, ਤੇ ਜੋ ਵੀ ਬੀਜੇਪੀ ਨਾਲ ਸੰਬੰਧਿਤ ਉਹਨਾਂ ਦੇ ਵਿਚਾਰ ਸੀਗੇ ਉਹ ਤੁਸੀਂ ਸੁਣ ਲਏ। ਬਾਕੀ ਆਉਣ ਵਾਲੇ ਸਮੇਂ 'ਚ ਹੋਰ ਨਾ ਪੋਲੀਟੀਸ਼ੀਅਨਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਰਹਾਂਗੇ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।